ਪਾਲ ਗੁਰ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਕ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸੰਗਤਾਂ ਹਾਜ਼ਰੀਨ ਹੋ। ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ, ਜਿਸ ਵਿੱਚੋਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਫੁਨਹੇ ਮਹੱਲਾ ਪੰਜਵਾਂ, ਜੋ ਆਪ ਸੰਗਤ ਨੂੰ ਬੜੇ ਸਹਿਜ ਦੇ ਨਾਲ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੋਣਾ ਸਰਵਣ ਕਰਵਾਉਣਾ ਕੀਤੀ ਹੈ। ਆਓ ਉਸ ਬਾਣੀ ਦੇ ਬੰਦਾਂ ਦੀ ਵਿਆਖਿਆ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਕਜ ਫਾਥੇ ਪੰਕ ਮਹਾਮਦ ਗੁੰਫਿਆ, ਅੰਗ ਸੰਗ ਉਰਝਾਏ, ਬਿਸਰਤੇ ਸੁੰਫਿਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇੱਥੇ ਕਮਲ ਦੇ ਫੁੱਲ ਦੀ ਅਤੇ ਭੌਰੇ ਦੀ ਉਦਾਹਰਣ ਦਿੰਦੇ ਨੇ। ਕਹਿੰਦੇ ਜਿਵੇਂ ਭੌਰਾ ਕਮਲ ਦੀ ਸੁਗੰਧੀ ਮਾਣਨ ਵਿੱਚ ਲੱਗਾ ਰਹਿੰਦਾ ਹੈ, ਔਰ ਇਹ ਜੋ ਬਾਸ਼ਨਾ ਦਾ ਉਸ ਨੂੰ ਚਸਕਾ ਹੈ, ਇਹ ਉਹਦੀ ਮੌਤ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਦੁਨੀਆ ਮੋਹ ਮਾਇਆ ਦੇ ਵਿੱਚ ਵਿਕਾਰਾਂ ਦੀਆਂ ਸੁਗੰਧੀਆਂ ਮਾਣਨ ਦੇ ਵਿੱਚ ਉਮਰਾਂ ਬਤੀਤ ਕਰਦੀ ਹੈ। ਇੱਕ ਦਿਨ ਇਹ ਵਿਕਾਰ ਮੌਤ ਦਾ ਕਾਰਨ ਬਣਦੇ ਨੇ, ਬੰਦਾ ਮਿਟ ਜਾਂਦਾ ਹੈ, ਜੀਵਨ ਅਜਾਈਂ ਚਲਿਆ ਜਾਂਦਾ ਹੈ। ਇੱਥੇ ਪੰਕਜ ਲਫ਼ਜ਼ ਵਰਤਿਆ ਹੈ। ਪੰਕ ਦਾ ਮਤਲਬ ਹੁੰਦਾ ਚਿੱਕੜ ਤੋਂ ਉਪਜਿਆ ਹੋਇਆ। ਪੰਕ ਦਾ ਮਤਲਬ ਪਾਪ ਵੀ ਹੈ, ਪਾਪ ਤੋਂ ਪੈਦਾ ਹੋਇਆ, ਜਿਵੇਂ ਪਾਪ ਤੋਂ ਦੁੱਖ ਪੈਦਾ ਹੁੰਦੇ ਨੇ। ਇੱਥੇ ਹੁਣ ਪੰਕ ਤੋਂ ਕੀ ਪੈਦਾ ਹੁੰਦਾ ਹੈ? ਕੌਲ ਦਾ ਫੁੱਲ, ਕਮਲ ਫੁੱਲ ਪੈਦਾ ਹੁੰਦਾ ਹੈ। ਸੋ ਗਾਰੇ ਤੋਂ ਉਹ ਪੈਦਾ ਹੋਣ ਵਾਲਾ ਜਿਹੜਾ ਕਮਲ ਦਾ ਫੁੱਲ ਹੈ, ਉਹਦੇ ਵਿੱਚ ਪੰਕ ਗਲਤਾਨ ਹੋਇਆ ਪਿਆ ਹੈ। ਪੰਕਜ ਦੇ ਪੰਕ ਦੋ ਲਫ਼ਜ਼ ਵਰਤੇ ਨੇ। ਗਾਰੇ ਤੋਂ ਪੈਦਾ ਹੋਇਆ ਪੰਕਜ ਜੋ ਕੌਲ ਦਾ ਫੁੱਲ ਹੈ, ਅਤੇ ਉਹਦੇ ਵਿੱਚ ਰਚਿਆ ਹੋਇਆ ਜੋ ਪੰਕ ਹੈ। ਪੰਕ ਦਾ ਭਾਵ ਇਹ ਵੀ ਹੁੰਦਾ ਪੀਣ ਵਾਲਾ, ਪਾਨਕ। ਤੇ ਕਮਲ ਫੁੱਲ ਦੀ ਖੁਸ਼ਬੋਈ ਨੂੰ, ਮੱਧ ਨੂੰ ਕੌਣ ਪੀਂਦਾ ਹੈ?
ਰਸ ਨੂੰ ਕੌਣ ਪੀਂਦਾ ਹੈ? ਉਹ ਹੈ ਭੌਰਾ। ਸੋ ਅੱਗੇ ਜੇ ਪੰਕ ਦੇ ਹੋਰ ਵੀ ਅਰਥ ਕਰੀਏ ਤੇ ਪੰਕ ਚਰਨ ਧੂੜੀ ਨੂੰ ਵੀ ਕਹਿ ਦਿੰਦੇ ਨੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ, ਜੋ ਪੰਕਜ ਹੈ ਕਮਲ ਦਾ ਫੁੱਲ ਹੈ ਅਤੇ ਇਹਦੀ ਸੁਗੰਧੀ ਮਾਣ ਰਿਹਾ ਜੋ ਪੰਕ ਹੈ, ਭੋਰਾ ਹੈ, ਉਹ ਸੁਗੰਧੀ ਮਾਣਦਾ ਮਹਾਮਦ ਗੁੰਫਿਆ। ਮਦ ਦਾ ਮਤਲਬ ਹੈ ਖੁਸ਼ ਹੋਇਆ, ਮਸਤ ਹੋਇਆ, ਅਹੰਕਾਰ ਦੇ ਵਿੱਚ ਕੋਈ ਡੁੱਬ ਜਾਵੇ ਉਹਨੂੰ ਕਹਿ ਦਿੰਦੇ ਨੇ ਮਦਮਸਤ ਹੋ ਗਿਆ ਹੈ। ਸੋ ਸੁਗੰਧੀ ਮਾਣਦਾ, ਰਸ ਚੱਖਦਾ, ਭੌਰਾ ਮਸਤ ਹੋ ਗਿਆ। ਗੁੰਫਿਆ ਦਾ ਮਤਲਬ ਹੁੰਦਾ ਗੁੰਦਿਆ ਗਿਆ, ਉਲਝ ਗਿਆ, ਫਸ ਗਿਆ। ਇਹਨੂੰ ਇੱਕ ਦ੍ਰਿਸ਼ਟਾਂਤ ਵਜੋਂ ਲਓ। ਸੱਚਾਈ ਦੁਨੀਆ ਦੀ ਬਿਆਨ ਕੀਤੀ ਹੈ। ਮਹਾਰਾਜ ਕਹਿੰਦੇ ਨੇ, ਬੰਦਾ ਮੋਹ ਮਾਇਆ ਦੇ ਰਸ ਵਿੱਚ, ਚਿੱਕੜ ਵਿੱਚ ਇਉਂ ਫਸਿਆ ਹੈ ਜਿਵੇਂ ਕੌਲ ਦਾ ਫੁੱਲ ਜੜ੍ਹਾਂ ਚਿੱਕੜ ਵਿੱਚ ਲੈ ਕੇ ਬੈਠਾ ਹੈ, ਜਿਵੇਂ ਕੌਲ ਦੇ ਉੱਤੇ ਭੌਰਾ ਫਸਿਆ ਹੈ, ਰਸ ਮਾਣਦਾ ਹੋਇਆ। ਤੁਸੀਂ ਰੋਜ਼ ਪੜ੍ਹਦੇ ਹੋ, ਨਿਤਨੇਮ ਕਰਨ ਵਾਲੇ, ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਾਂ ਹੈ ਡੂਬੀ ਅਲੇ। ਇਹਦੇ ਅਰਥ ਕੀ ਨੇ? ਕਹਿੰਦੇ ਜਿਹੜਾ ਸੰਸਾਰ ਦਾ ਸਰੋਵਰ ਹੈ, ਜਿੱਥੇ ਤੇਰਾ ਨਿਵਾਸ ਹੈ, ਇਸ ਸੰਸਾਰ ਦੇ ਸਰੋਵਰ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਵਿਸ਼ੇ ਵਿਕਾਰਾਂ ਦਾ ਪਾਣੀ ਹੈ। ਤੇ ਪਾਵਕ ਕੀ ਹੈ? ਕਹਿੰਦੇ ਅੱਗ ਹੈ ਤ੍ਰਿਸ਼ਨਾ ਦੀ। ਸੋ ਇਸ ਸੰਸਾਰ ਸਰੋਵਰ ਦੇ ਵਿੱਚ ਮੋਹ ਦਾ ਕਹਿੰਦੇ ਚਿੱਕੜ ਹੈ, ਪੰਕਜ ਮੋਹ। ਤੇ ਜਿਹੜਾ ਇਨਸਾਨ ਹੈ ਪੱਗ ਨਹੀਂ ਚਾਲੈ, ਇਸ ਮੋਹ ਦੇ ਚਿੱਕੜ ਵਿੱਚ ਫਸਿਆ ਹੋਇਆ ਪਰਮੇਸ਼ਰ ਦੀ ਤਰਫ ਚੱਲ ਨਹੀਂ ਪਾਉਂਦਾ। ਇਉਂ ਸਮਝ ਲਓ, ਜਿਹੜਾ ਬੁੱਧੀ ਰੂਪ ਕਦਮ ਹੈ ਨਾ, ਉਹ ਮੋਹ ਦੇ ਚਿੱਕੜ ਵਿੱਚ ਫਸਿਆ ਹੈ। ਇਹ ਬੁੱਧੀ ਪਰਮਾਤਮਾ ਵੱਲ ਨੂੰ ਨਹੀਂ ਚੱਲਦੀ। ਸੋ ਮੋਹ ਦੇ ਚਿੱਕੜ ਵਿੱਚ ਫਸੇ ਹੋਏ ਲੋਕਾਂ ਨੂੰ ਹਮ ਦੇਖਾ ਤਹਿ ਡੂਬੀ ਅਲੇ, ਡੁੱਬਦੇ ਹੋਏ ਕਹਿੰਦੇ ਅਸੀਂ ਵੇਖਿਆ ਹੈ। ਡੁੱਬੇ ਕਾਹਦੇ ਵਿੱਚ? ਮੋਹ ਵਿੱਚ। ਔਰ ਮੋਹ 'ਚ ਐਸੇ ਡੁੱਬੇ, ਅਖੀਰ 84 ਲੱਖ ਜੂਨਾਂ ਵਿੱਚ ਡੁੱਬ ਗਏ। ਸੰਸਾਰ ਦਾ ਮੋਹ ਸੀ, ਸੰਸਾਰ ਤੇ ਹੀ ਡੁੱਬ ਗਏ। ਨਿਰੰਕਾਰ ਦਾ ਮੋਹ ਨਹੀਂ ਸੀ, ਮੁਕਤ ਨਾ ਹੋਏ, ਨਿਰੰਕਾਰ ਤਾਈਂ ਨਾ ਪਹੁੰਚੇ। ਸੋ ਇੱਕ ਜਗ੍ਹਾ ਹੋਰ ਮਹਾਰਾਜ ਕਹਿੰਦੇ ਨੇ, ਪੰਕਜ ਮੋਹ ਸਰ ਹਾਂ, ਪੱਗ ਨਹੀਂ ਚੱਲੈ ਹਰ ਹਾਂ। ਕਹਿੰਦੇ ਮੋਹ ਦੇ ਚਿੱਕੜ ਵਿੱਚ, ਸਰੋਵਰ ਵਿੱਚ ਜਿਹੜਾ ਇਨਸਾਨ ਹੈ ਉਹ ਡੁੱਬ ਰਿਹਾ ਹੈ। ਪਰਮਾਤਮਾ ਵੱਲ ਉਹਦੇ ਕਦਮ ਨਹੀਂ ਚੱਲ ਪਾ ਰਹੇ, ਉਹ ਡੁੱਬਿਆ ਹੋਇਆ ਹੈ। ਜਿਵੇਂ ਭੌਰਾ ਕਮਲ ਦੇ ਫੁੱਲ ਵਿੱਚ ਖੁੱਭਿਆ ਹੈ ਨਾ, ਰਸ ਮਾਣਨ ਵਿੱਚ, ਇਉਂ ਬੰਦਾ ਦੁਨੀਆ ਅੰਦਰ ਰੰਗੀਨੀਆਂ ਵਿੱਚ, ਵਿਕਾਰਾਂ ਵਿੱਚ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਫਸਿਆ ਹੋਇਆ ਹੈ। ਹੁਣ ਭੌਰੇ ਦੇ ਨਾਲ ਕੀ ਹੁੰਦਾ ਹੈ? ਅੱਗੇ ਬਿਆਨ ਕਰਦੇ ਨੇ ਗੁਰੂ ਅਰਜਨ ਸਾਹਿਬ, ਅੰਗ ਸੰਗ ਉਰਝਾਏ, ਬਿਸਰਤੇ ਸੁੰਫਿਆ। ਮਹਾਰਾਜ ਕਹਿੰਦੇ ਨੇ, ਉਹ ਭੌਰੇ ਦਾ ਜਿਹੜਾ ਅੰਗ ਹੈ, ਅੰਗ ਤੋਂ ਭਾਵ ਅੰਗ ਹੈ ਸਰੀਰ ਦਾ ਕੋਈ ਵੀ ਭਾਗ, ਇਹ ਅੰਗ ਨੇ ਸਾਰੇ। ਅੱਗੇ ਕਹਿੰਦੇ ਨੇ ਉਰਝਾਏ, ਭਾਵ ਉਰਝਨ, ਗੁੰਝਲ ਵਿੱਚ ਫਸਣਾ, ਜਾਲ ਵਿੱਚ ਫਸ ਜਾਣਾ। ਅੱਗੇ ਲਫ਼ਜ਼ ਵਰਤਦੇ ਨੇ ਬਿਸਰਤੇ। ਬਿਸਰਤ ਦਾ ਮਤਲਬ ਹੁੰਦਾ ਹੈ ਵਿਸਮਰਨ, ਭੁੱਲ ਜਾਣਾ।
याद चों जो विसर जावे, खुंज जावे। सुंफिया का भाव है चतुराई, हुशियारी, खुशी, उडारी, बड़े अर्थ ने सुंफिया दे। हुण महाराज कहंदे इन्ना मस्त होया सुगंधी मानण दे विच भौरा, वो कौल दे विच जकड़े आ गया, कमल दे फुੱਲ विच फस गया, ਉਹਨੂੰ ਉੱਡਣਾ भी भुल गया। सुंफिया तो भाव है इन्ना मस्त होया उडारी भुल गई उसनों, ਉਹਨੂੰ समझ ना रही भी ये कौल दा फुੱਲ मेरी मौत दा कारण बनेगा। गुरु ग्रंथ साहिब पातशाह कहते ने भवरा फूल भवंतिया, दुख अत भारी राम, मैं गुर पूछया अपना, साचा विचारी राम। कहते हे भौरे सुगंधी ते मानदा है तू फुੱਲ दी, पर ये तेरे लिए दुख का कारण बनेगा एक दिन। बंदे तू माया विच गलतान ते रहना है, एक दिन डुब जावेगा इन्हां विकारां दे विच, मिट जावेगा। मैं कहते अपने गुरु नूं पुछया है, विचार सतगुर मुझे पूछया, भवर बेली रातो। कहते मैं गुरु तो पुछया है, ये जिहड़ा मन दा भौरा है ना, ये फुल्लां उत्ते दुनिया के पदार्थां उत्ते उड उड के बहिंदा है, मस्त होया रहिंदा है। महाराज वो जिहड़ा असली भौरा सी वो कमल दे फुੱਲ दी सुगंधी मानण विच रुझ गया ते मिट गया। साडा की होवेगा? असी दुनिया के पदार्थां दे आनंद लैण विच रुझे होए हैं, उडारी दा चेता ही नहीं है, सुरती नूं उच्चियां चुकण दा, तेरे वल जाण दा चेता ही नहीं है। गुरु साहब कहंदे सूरज चढ़िया पिंड पड़िया, तेल तावण तातो। कहंदे देख जदों सूरज चढ़दा है ना, उस समय महाराज कहंदे ने तेरी मौत हुंदी है। इत्थे सूरज का भाव है काल, जदों आण डंका वजाउंदा है। फिर मंदे कर्म कीते होण दे कारण तपदे तेल विच तपाया जाता है। तेल तावण तातो। इदां ही कुछ भौरे दा जीवन सूरज ते कौल नाल जुड़िया है। कहंदे जदों सूरज चढ़दा है ना, कमल दा फुੱਲ खिड़दा है, पंखड़ियां ਉਹਦੀਆਂ प्रफुल्लित ਹੁੰਦੀਆਂ ਨੇ ਤੇ ਭੌਰਾ ਸੁਗੰਧੀ ਮਾਨਣ ਉਸ ਕੌਲ ਫੁੱਲ 'ਚ ਬਹਿੰਦਾ ਹੈ। ਜਦੋਂ ਸੁਗੰਧੀ ਲੈਂਦਾ ਹੈ ਇੰਨਾ ਰੁੱਝ ਗਿਆ, ਖਿਆਲ ਹੀ ਨਾ ਰਿਹਾ ਵੀ ਸ਼ਾਮਾਂ ਪੈਣੀਆਂ ਨੇ, सूरज अस्त हो जाना है। कौल ने अपने पंखा नूं पंखड़ियां नूं समेट लेना है ते मेरी विचे कबर बन जानी है। ख्याल ना रहा, इन्ना रुझ गया स्वाद लैण विच, चस्का ऐसा है सुगंधी दा। वो सूरज छिप गया, ये फस गया कौल फुੱਲ दे विच, पंखड़ियां ने घुट लिया इसनूं। सवेर होई, सूरज उदय होया। हुण की बनया? सूरज चढ़िया पिंड पड़िया। हुण सूरज चढ़िया, कौल ने पंखड़ियां खोलियां ते जिहड़ा कल जिउंदा जागदा भौरा आनंद मान रहा सी ना, सुगंधी लै रहा सी, वो मोया पिया, उहदी कबर बनी पई है। सुगंधी दा चस्का उसनूं लै डुब्बिया है। सो महाराज पातशाह कहंदे ने जिद्दां सूरज दे चढ़दियां कौल दियां पंखड़ियां खुल्लियां, कमल दियां पंखड़ियां खुल्लियां, भौरा मरिया पिया सी। इसे तरह ही काल दा सूरज उदय होवेगा, तेरी कबर विकारां विच ही बनी पई होवेगी, विकारां विच तू मोया पिया होवेगा। फिर ना नज़री आउण वाली दुनिया दी अगे गल करदे ने, तेल तावण तातो। कहंदे बुरे कर्म करन वालियां नूं नरक दे विच पाया जाता है। उत्थे ऐसा दुख है जिवें तपदे हुए तेल विच किसे नूं सुट दिता जावे। योर बॉडी विल बी
ਕੁਕਡ ਇਨ ਹੌਟ ਆਇਲ। ਇਹ ਬੜੇ ਬੜੇ ਇੰਗਲਿਸ਼ ਦੇ ਟੀਕਾਕਾਰਾਂ ਵੀ ਇਹੀ ਅਰਥ ਕੀਤੇ, ਜਿਹੜੇ ਕਹਿ ਦਿੰਦੇ ਨਾ ਵੀ ਆਹ ਜੱਗ ਮਿੱਠਾ ਤੇ ਅਗਲਾ ਕਿਹਨੇ ਡਿੱਠਾ। ਇੱਦਾਂ ਦੀ ਬਾਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਅੱਗੇ ਵੀ ਸਭ ਕੁਝ ਹੈ, ਅੱਗੇ ਵੀ ਇੱਕ ਦੁਨੀਆ ਹੈ। ਮਾੜੇ ਕਰਮਾਂ ਦੀ ਸਜ਼ਾ ਹੈ, ਐਸਾ ਦੁੱਖ ਉਸ ਨੂੰ ਪ੍ਰਲੋਕ ਵਿੱਚ ਭੋਗਣਾ ਪੈਂਦਾ ਹੈ ਜੈਸਾ ਦੁੱਖ ਤਪਦੇ ਹੋਏ ਕੜਾਏ ਦਾ ਹੈ। ਇਹ ਮੀਤ ਸੱਜਣ ਗੁਰਦੇਵ ਨੇ ਦੱਸਿਆ ਹੈ। ਜਮ ਮੱਗ ਬਾਧਾ ਖਾਹੇ ਚੋਟਾਂ ਸ਼ਬਦ ਬਿਨ ਬੇਤਾਲਿਆ। ਸ਼ਬਦ ਤੋਂ ਬਿਨਾਂ ਭੂਤਨਿਆਂ ਵਾਲਾ ਤੇਰਾ ਜੀਵਨ ਹੈ। ਜਮਾਂ ਦਾ ਰਸਤਾ ਬੜਾ ਕਠਿਨ ਹੈ। ਦੁਨੀਆ ਦੇ ਰੰਗਾਂ ਵਿੱਚ, ਰੰਗੀਨੀਆਂ ਵਿੱਚ, ਵਿਕਾਰਾਂ ਵਿੱਚ ਮਸਤ ਬੰਦੇ ਚੋਟਾਂ ਖਾਵੇਂਗਾ। ਕਹਿੰਦੇ ਅੱਗੇ ਜਾ ਕੇ ਸੱਚ ਕਹੈ ਨਾਨਕ ਚੇਤ ਰੇ ਮਨ ਮਰ ਹੈ ਭਵਰਾ ਕਾਲਿਆ। ਮਹਾਰਾਜ ਕਹਿੰਦੇ ਭੌਰਿਆ ਮਰੇਗਾ, ਸੋ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾ ਕੇ ਰੱਖ, ਸੁਚੇਤ ਰਹਿਣਾ ਕਰ, ਰੱਬ ਦੇ ਗੀਤ ਗਾਇਆ ਕਰ। ਤੇਰੀ ਹਾਲਤ ਜਿਹੜੀ ਹੈ ਨਾ, ਇਹ ਇਨਸਾਨ ਭੌਰੇ ਵਾਲੀ ਹੋ ਜਾਵੇਗੀ। ਸੋ ਮਹਾਰਾਜ ਕਹਿੰਦੇ ਇੱਕ ਦਿਨ ਵਿਕਾਰਾਂ ਵਿੱਚ ਮਰੇਗਾ ਜਿਵੇਂ ਭੌਰਾ ਕਮਲ ਦੀ ਸੁਗੰਧੀ ਮਾਣਦਾ ਮਰ ਗਿਆ ਹੈ। ਯੂ ਸ਼ੈਲ ਡਾਈ ਓ ਬੰਬਲ ਬੀ, ਮਰਨਾ ਹੋਵੇਗਾ ਤੇਰਾ। ਸੋ ਇਸ ਤੋਂ ਪਹਿਲਾਂ ਮੌਤ ਆਵੇ ਉਡਾਰੀ ਮਾਰ, ਇਸ ਤੋਂ ਪਹਿਲਾਂ ਕਮਲ ਪੰਖੜੀਆਂ ਸਮੇਟ ਲਵੇ ਭੌਰਿਆ ਉਡਾਰੀ ਮਾਰ। ਤੂੰ ਸੁਰਤ ਦੀ ਉਡਾਰੀ ਰੱਬ ਵੱਲ ਮਾਰ ਸਿਖਾ, ਰੱਬ ਦੇ ਗੀਤ ਗਾਇਆ ਕਰ, ਤੈਨੂੰ ਨਿਜਾਤ ਮਿਲ ਜਾਵੇ। ਜਿਵੇਂ ਬਾਣੀ ਚਾਹੁੰਦਾ ਨਾ, ਜਿਹਵਾ ਰੋਗ ਮੀਨ ਗ੍ਰਸ ਆਨੋ ਬਾਸਨ ਰੋਗ ਭਵਰ ਬਿਨਸਾਨੋ। ਮੱਛੀ ਨੂੰ ਜ਼ੁਬਾਨ ਦਾ ਚਸਕਾ ਮਾਰਦਾ ਹੈ। ਮੱਛੀ ਦੀ ਖੁਰਾਕ ਕੀ ਹੈ? ਮੱਛੀ ਨੂੰ ਖਾਣਾ, ਆਪਣੇ ਤੋਂ ਛੋਟੀ ਨੂੰ। ਹੁਣ ਹੁੰਦਾ ਕੀ ਹੈ? ਮਛੁਆਰਾ ਕੰਡੇ ਦੇ ਨਾਲ ਮਾਸ ਦਾ ਟੁਕੜਾ ਲਟਕਾ ਕੇ ਸੁੱਟਦਾ ਹੈ। ਉਹ ਚੰਗਾ ਭਲਾ ਗੁਜ਼ਾਰਾ ਚੱਲਦਾ ਸੀ ਮੱਛੀ ਦਾ, ਮੱਛੀਆਂ ਖਾ ਕੇ। ਅੱਜ ਜ਼ੁਬਾਨ ਦਾ ਚਸਕਾ ਲੈ ਡੁੱਬੇਗਾ। ਕਹਿੰਦੀ ਇਹ ਵੀ ਮਾਸ ਚੱਕ ਕੇ ਵੇਖਾਂ। ਜਦੋਂ ਕੰਡੇ ਨੂੰ ਮੂੰਹ ਮਾਰਿਆ, ਕੰਡਾ ਫਸ ਗਿਆ ਗਲੇ ਅੰਦਰ, ਅਖੀਰ ਆਪ ਸ਼ਿਕਾਰ ਹੋ ਗਈ। ਜ਼ੁਬਾਨ ਲੈ ਡੁੱਬੀ ਮੱਛੀ ਨੂੰ। ਸਾਨੂੰ ਵੀ ਬੜੇ ਜ਼ੁਬਾਨ ਦੇ ਚਸਕੇ ਨੇ, ਬਥੇਰਾ ਡਾਕਟਰ ਸਮਝਾਉਂਦੇ ਨੇ ਧਿਆਨ ਨਾਲ ਖਾਓ, ਥੋੜ੍ਹਾ ਖਾਓ, ਕਿੱਥੇ ਸਮਝਦੇ ਆ। ਫਿਰ ਰੋਗ ਪੈਦਾ ਹੁੰਦੇ ਨੇ ਜ਼ੁਬਾਨ ਦੇ ਚਸਕਿਆਂ 'ਚੋਂ, ਫਿਰ ਬੰਦਾ ਮਿਟਦਾ ਹੈ। ਕਹਿੰਦੇ ਇੱਦਾਂ ਹੀ ਭੌਰਾ ਬਾਸਨ ਰੋਗ ਭਵਰ ਬਿਨਸਾਨੋ। ਬਾਸ਼ਨਾ ਦੀ ਜਿਹੜੀ ਵਾਦੀ ਹੈ ਭੌਰੇ ਨੂੰ, ਸੁਗੰਧੀਆਂ ਮਾਨਣ ਦੀ ਵਾਦੀ ਹੈ, ਬਿਨ ਸਜਾਂਦਾ ਹੈ ਉਹਦੇ ਵਿੱਚ ਹੀ। ਹੇਤ ਰੋਗ ਕਾ ਸਗਲ ਸੰਸਾਰਾ ਤ੍ਰਿਵਿਧ ਰੋਗ ਮਹਿ ਵਧੈ ਵਿਕਾਰਾ। ਇੱਦਾਂ ਦੇ ਹੀ ਮੱਛੀ ਤੇ ਭੌਰੇ ਵਰਗੇ ਰੋਗ ਬੰਦਿਆਂ ਨੂੰ ਨੇ। ਮਹਾਰਾਜ ਕਹਿੰਦੇ ਨੇ ਰਜੋ ਤਮੋ ਸਤੋ, ਮਾਇਆ ਦੇ ਗੁਣਾਂ ਵਿੱਚ ਇਹ ਡੁੱਬੇ ਰਹਿੰਦੇ ਨੇ। ਰੋਗੈ ਮਰਤਾ ਰੋਗੈ ਜਨਮੈ ਰੋਗੈ ਫਿਰ ਜੂਨੀ ਭਰਮੈ। ਜੂਨਾ ਦਾ ਕਾਰਨ ਵੀ ਇਹੀ ਰੋਗ ਹੈ, ਮਾਇਆ ਦਾ ਚਸਕਾ, ਵਿਕਾਰਾਂ ਵਿੱਚ ਡੁੱਬੇ ਰਹਿਣ ਦੀ ਆਦਤ। ਮੁਕਤੀ ਕਿਉਂ ਨਹੀਂ ਮਿਲਦੀ? ਹੁਣ ਮੋਹ ਦੇ ਚੱਕੜ ਵਿੱਚ ਫਸਿਆ ਹੈ। ਜਿਹਦਾ ਮੋਹ ਕਰੇਗਾ, ਮਹਾਰਾਜ ਕਹਿੰਦੇ ਉੱਥੇ ਹੀ ਕੋਈ ਨਾ ਕੋਈ ਜੂਨ ਮਿਲ ਜਾਂਦੀ ਹੈ। ਸੰਸਾਰ ਦਾ ਮੋਹ ਸੀ, ਇੱਥੇ ਜੂਨੀ ਭਰਮੇ, ਜੂਨਾਂ ਵਿੱਚ ਪਾ ਦਿੱਤਾ ਗਿਆ। ਨਿਰੰਕਾਰ ਦਾ ਪ੍ਰੇਮ ਨਹੀਂ ਕਰਦਾ, ਉੱਥੇ ਕਿਵੇਂ ਪਹੁੰਚੇਗਾ? ਸੋ ਮਹਾਰਾਜ ਕਹਿੰਦੇ ਰੋਗ ਨਾਲ ਮਰਦਾ ਹੈ, ਵਿਕਾਰਾਂ ਦੇ ਰੋਗ ਨਾਲ ਹੀ ਵਾਸ਼ਨਾ ਭੋਗਣ ਦੁਨੀਆ 'ਤੇ ਆਉਣਾ ਹੈ। ਇਹਨੂੰ ਕੋਈ ਜਨਮ ਮਿਲ ਜਾਂਦਾ ਹੈ, ਵਾਸ਼ਨਾ ਭੋਗਦਾ ਹੀ ਮਿਟ ਜਾਂਦਾ ਹੈ। ਇੱਦਾਂ ਵਾਰ-ਵਾਰ ਜੂਨਾਂ ਵਿੱਚ ਆਉਂਦਾ ਹੈ। ਦੇ ਵਾਂਡਰ ਇਨ ਰੀਇਨਕਾਰਨੇਸ਼ਨ ਅਗੇਨ ਐਂਡ ਅਗੇਨ। ਧਿਆਨ ਦਿਓ, ਸੰਸਾਰ ਦਾ ਮੋਹ ਹੈ, ਸੰਸਾਰ 'ਤੇ ਹੀ ਕੋਈ ਜੂਨ ਮਿਲੇਗੀ। 84 ਲੱਖ 'ਚੋਂ ਕੋਈ ਵੀ ਮਿਲ ਜਾਵੇ, 184 ਜੂਨ ਪਰਮਾਇਆ। ਨਿਰੰਕਾਰ ਦਾ ਮੋਹ ਹੈ, ਮੁਕਤੀ ਮਿਲ ਜਾਵੇਗੀ। ਖੈਰ, ਅਸੀਂ ਜਿਵੇਂ ਕੌਲ ਦਾ ਫੁੱਲ, ਉਹਦੇ ਵੱਲ ਜਦੋਂ ਤੱਕਿਆ, ਕੀ ਸਮਝ ਲੱਗੀ ਵੀ ਭੌਰਾ ਉਹਦੀ ਖੁਸ਼ਬੋਈ ਵਿੱਚ ਫਸਿਆ ਤੇ ਮਿਟ ਗਿਆ। ਇਹ ਸੰਸਾਰ ਨੂੰ ਕੌਲ ਦਾ ਫੁੱਲ ਸਮਝ, ਉਹਦੇ 'ਚ ਖੁਸ਼ਬੋਈ ਹੈ, ਇਹਦੇ 'ਚ ਮੋਹ ਦਾ ਚਿੱਕੜ ਹੈ। ਭੌਰਾ ਖੁਸ਼ਬੋਈ ਵਿੱਚ ਫਸ ਜਾਂਦਾ ਹੈ, ਅਸੀਂ ਮੋਹ ਦੇ ਚਿੱਕੜ ਵਿੱਚ ਫਸ ਜਾਂਦੇ ਹਾਂ। ਭੌਰਾ ਮਿਟ ਜਾਂਦਾ ਹੈ, ਇਨਸਾਨ ਮਾਇਆ ਵਿੱਚ, ਮੋਹ ਵਿੱਚ ਮਿਟ ਜਾਂਦਾ ਹੈ। ਹੁਣ ਇਹ ਬਚਾਅ ਕਿਵੇਂ ਹੋਵੇ?
ਜਗਿਆਸੂ ਤਰਲਾ ਲੈਂਦਾ ਹੈ, ਆਖਣ ਲੱਗੇ ਹੈ ਕਉ ਐਸਾ ਮੀਤ ਜੇ ਤੋਰੈ ਬਿਖਮ ਗਾਂਠ। ਹੈ ਕੋਈ ਐਸਾ ਮਹਾਂਪੁਰਸ਼ ਜੋ ਮਾਇਆ ਦੀ ਮੋਹ ਦੀ ਬੱਝੀ ਹੋਈ ਪੱਕੀ ਗੰਢ ਨੂੰ ਖੋਲ ਦਵੇ, ਸਾਨੂੰ ਇਸ ਮੋਹ ਦੇ ਚਿੱਕੜ ਚੋਂ ਕੱਢ ਲਵੇ, ਸਾਨੂੰ ਇਹਨਾਂ ਵਿਕਾਰਾਂ ਤੋਂ ਬਚਾ ਲਵੇ। ਕੋਈ ਮੀਤ ਹੋਵੇ, ਕੋਈ ਮਿੱਤਰ ਹੋਵੇ, ਕੋਈ ਸੱਜਣ ਹੋਵੇ, ਕੋਈ ਸੰਤ ਹੋਵੇ। ਇਹ ਜਿਹੜੀ ਗੰਢ ਹੈ ਨਾ ਮੋਹ ਦੀ, ਇਹ ਜਿਹੜਾ ਮੋਹ ਦਾ ਚਿੱਕੜ ਹੈ, ਕਹਿੰਦੇ ਬੜਾ ਬਿਖਮ ਹੈ, ਬੜਾ ਕਠਿਨ ਹੈ ਇਸ ਨੂੰ ਖੋਲ੍ਹਣਾ, ਬੜਾ ਔਖਾ ਹੈ, ਮੁਸ਼ਕਿਲ ਕਰਮ ਹੈ ਇਹਦੇ ਕੋਲੋਂ ਛੁੱਟ ਜਾਣਾ। ਗਾਂਠ ਗੰਢ ਨੂੰ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਇੱਕੋ ਹੀ ਤਰੀਕਾ ਹੈ, ਬਿਨ ਗੁਰ ਗਾਂਠ ਨਾ ਛੂਟਈ ਭਾਈ, ਥਾਕੇ ਕਰਮ ਕਮਾਏ। ਇਹੋ ਜਗ ਭਰਮ ਭੁਲਾਇਆ ਭਾਈ, ਕਹਿਣਾ ਕਿਛੂ ਨਾ ਜਾਏ। ਗੁਰੂ ਪਰਮੇਸ਼ਰ ਤੋਂ ਬਿਨਾ ਮੋਹ ਦੀ ਗੰਢ ਨਹੀਂ ਖੁੱਲ੍ਹ ਸਕਦੀ। ਹੋਰ ਜਿੰਨਾ ਕੋਈ ਦਾਵਾ ਕਰੇ, ਮਹਾਰਾਜ ਕਹਿੰਦੇ ਇਹ ਸਭ ਝੂਠ ਹੈ। ਗੁਰੂ ਪਰਮੇਸ਼ਰ ਤੋਂ ਬਿਨਾ ਮੋਹ ਦੀ ਗੰਢ ਕੋਈ ਖੋਲ੍ਹ ਨਹੀਂ ਸਕਦਾ, ਕੁਝ ਨਹੀਂ ਕੀਤਾ ਜਾ ਸਕਦਾ। ਹੁਣ ਮਹਾਰਾਜ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਸਵਾਲ ਤੋਂ ਬਾਅਦ ਜਵਾਬ ਦਿੰਦੇ ਨੇ। ਇੱਕ ਜਗਿਆਸੂ ਨੂੰ ਦੂਸਰਾ ਸਤਿਪੁਰਸ਼ ਜਵਾਬ ਦਿੰਦਾ ਹੈ, ਕਹਿੰਦੇ ਨਾਨਕ ਇੱਕ ਸ੍ਰੀਧਰ ਨਾਥ, ਜੇ ਟੂਟੇ ਲੈ ਸਾਂਠ। ਕਹਿੰਦੇ ਇੱਕ ਪਰਮ ਈਸ਼ਵਰ ਜਿਹੜਾ ਹੈ, ਸ੍ਰੀਧਰ, ਸ਼੍ਰੀ ਕਹਿੰਦੇ ਨੇ ਮਾਇਆ ਨੂੰ, ਧਰ ਦਾ ਮਤਲਬ ਹੈ ਧਾਰਨੇ ਵਾਲਾ, ਪੈਸੇ ਨੂੰ ਧਾਰਨੇ ਵਾਲਾ, ਸਭ ਖਜ਼ਾਨਿਆਂ ਦਾ ਮਾਲਕ ਜੋ ਪਰਮ ਈਸ਼ਵਰ ਹੈ, ਜੋ ਕਰਤਾਰ ਹੈ, ਜੋ ਸਤਿਗੁਰੂ ਹੈ। ਸਨਾਤਨ ਮਤ ਵਾਲੇ ਵੀਰ ਸ਼੍ਰੀਧਰ ਵਿਸ਼ਨੂੰ ਜੀ ਨੂੰ ਵੀ ਕਹਿ ਦਿੰਦੇ ਨੇ, ਪਰ ਵਿਸ਼ਨੂੰ ਜੀ ਦਾ ਵੀ ਜੋ ਮਾਲਕ ਹੈ ਅਕਾਲ ਪੁਰਖ ਪਰਮੇਸ਼ਵਰ। ਸ਼੍ਰੀ ਤੋਂ ਭਾਵ ਸੇਵਾ ਵੀ ਹੁੰਦਾ ਹੈ। ਧਰ ਧਾਰਨਾ, ਜਿਸ ਦੀ ਸੇਵਾ ਨੂੰ ਜਗਤ ਧਾਰੇ, ਜਿਸ ਦੀ ਪੂਜਾ ਨੂੰ ਜਗਤ ਕਰੇ। ਪਰਮ ਪੂਜਿਆ ਜੋ ਅਕਾਲ ਪੁਰਖ ਹੈ, ਸਭ ਸ਼ਕਤੀਆਂ ਨੂੰ, ਸ਼੍ਰੋਮਣੀ ਸ਼ਕਤੀਆਂ ਨੂੰ ਜੋ ਧਾਰ ਕੇ ਬੈਠਾ ਹੈ। ਫਿਰ ਮਹਾਰਾਜ ਕਹਿੰਦੇ ਉਹ ਸਭਨਾਂ ਦਾ ਨਾਥ ਹੈ, ਸੁਆਮੀ ਹੈ, ਸਹਾਇਕ ਹੈ, ਸ਼੍ਰੀਮਾਨ ਹੈ, ਸਾਰਿਆਂ ਦਾ ਖਸਮ ਹੈ। ਜਿੰਨੇ ਵੀ ਨਾਥ ਹੋਏ ਨੇ ਨਾ ਦੁਨੀਆ ਤੇ, ਨਾਥ ਦਾ ਮਤਲਬ ਰਾਜੇ, ਸੁਆਮੀ, ਉਹ ਸਾਰਿਆਂ ਦਾ ਹੀ ਰਾਜਾ ਹੈ, ਸਾਰਿਆਂ ਦਾ ਹੀ ਖਸਮ ਹੈ। ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ। ਸਾਧ ਵੱਡੇ ਵੱਡੇ ਨਾਥਾਂ ਨੂੰ, ਰਾਜਿਆਂ ਨੂੰ, ਸੁਆਮੀਆਂ ਨੂੰ ਜਿਹਨੇ ਨੱਥ ਪਾਈ ਹੋਈ ਹੈ ਹੁਕਮ ਦੀ, ਜਿਹਦੇ ਹੁਕਮ ਦੀ ਨੱਥ ਤੋਂ ਕੋਈ ਵੀ ਬਾਹਰ ਨਹੀਂ ਹੈ। ਵੈਸੇ ਨੌਨਾਥ ਵੀ ਪ੍ਰਚਲਿਤ ਨੇ ਨਾ, ਗੋਰਖਨਾਥ, ਮਛੰਦਰਨਾਥ, ਚਰਪਟਨਾਥ ਵਰਗੇ ਮਹਾਂਪੁਰਸ਼। ਕਹਿੰਦੇ ਜਿਹੜਾ ਇਹਨਾਂ ਦਾ ਵੀ ਸੁਆਮੀ ਹੈ, ਜੋ ਸਾਰਿਆਂ ਤੋਂ ਸ਼੍ਰੋਮਣੀ ਹੈ, ਸ਼੍ਰੀ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ, ਜੇ ਉਹ ਕਿਰਪਾ ਕਰੇ ਤੇ ਜੇ ਟੂਟੇ ਲੈ ਸਾਂਠ, ਉਹੀ ਮੋਹ ਦੀ ਗੰਢ ਨੂੰ ਤੋੜ ਕੇ, ਸਾਂਠ ਦਾ ਮਤਲਬ ਹੈ ਸਵਾਰ ਲਵੇ, ਸਾਨੂੰ ਆਪਣੇ ਨਾਲ ਜੋੜ ਲਵੇ, ਆਪਣੇ ਨਾਲ ਗੰਢ ਲਵੇ। ਹੋਰ ਕੋਈ ਤਰੀਕਾ ਨਹੀਂ ਹੈ। ਮੋਹ ਦੇ ਚਿੱਕੜ ਚੋਂ ਤੂੰ ਉਡਾਰੀ ਲਾ ਕੇ ਨਿਜਾਤ ਹਾਸਲ ਕਰ ਲਵੇਂ। ਤੈਨੂੰ ਮੋਹ ਦੇ ਚਿੱਕੜ ਵਿੱਚ ਡੁੱਬਦੇ ਨੂੰ ਅਕਾਲ ਪੁਰਖ ਹੀ ਬਾਹੋਂ ਫੜ ਕੇ ਕੱਢ ਲਵੇ ਤੇ ਕੱਢ ਲਵੇ। ਨਾਨਕ ਆਖੈ ਇਹੋ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਤੇ ਹੁਣ ਮੋਹ ਨਾਲੋਂ ਗੰਢ ਤੋੜ ਕੇ ਅਕਾਲ ਪੁਰਖ ਨਾਲ ਗੰਢ ਪਾਵਾਂਗੇ, ਉਹਦਾ ਹੱਥ ਫੜਾਂਗੇ ਤੇ ਮੋਹ ਦੇ ਚਿੱਕੜ ਚੋਂ ਨਿਕਲਾਂਗੇ ਨਾ, ਗੰਢ ਚੋਂ ਖੁੱਲਾਂਗੇ ਨਾ। ਤੇ ਕਹਿੰਦੇ ਜੀ ਗੰਢ ਕਿੱਦਾਂ ਪੈਂਦੀ ਹੈ? ਪਾਤਸ਼ਾਹ ਕਹਿੰਦੇ ਸਿਫਤ ਕੀਤਿਆਂ, ਅਕਾਲ ਪੁਰਖ ਦੇ ਗੀਤ ਗਾਇਆ, ਉਹਨੂੰ ਆਵਾਜ਼ ਦਿਓ, ਸਾਨੂੰ ਮੋਹ ਚੋਂ ਕੱਢ ਲਾ। ਫਿਰ ਮਹਾਰਾਜ ਕਹਿੰਦੇ ਨੇ ਮੋਹ ਵਾਲੀ ਗੰਢ ਖੁੱਲ੍ਹੇਗੀ ਤੇ ਦਰਬਾਰ ਨਾਲ, ਅਕਾਲ ਪੁਰਖ ਨਾਲ ਤੇਰੀ ਗੰਢ ਪੈ ਜਾਵੇਗੀ।
ਸਾਚੇ ਨਾਲ ਤੇਰਾ ਗੰਢ ਲਾਗੈ। ਗੁਰਮੁਖ ਸਦਾ ਸੰਭਾਲੇ ਇਉਂ ਕਹੈ ਨਾਨਕ, ਜਹੈ ਮਨ ਤੂੰ ਧਾਵਦਾ ਤਹੈ ਹਰ ਤੇਰੇ ਸਦਾ ਨਾਲੇ। ਜਦੋਂ ਅਕਾਲ ਪੁਰਖ ਦੇ ਗੀਤ ਗਾਓਗੇ, ਗੁਰਮੁਖ ਅਖਵਾਓਗੇ, ਐ ਗੁਰਮੁਖ ਜਨੋ ਫਿਰ ਪਰਮੇਸ਼ਵਰ ਤੁਹਾਡੇ ਨਾਲ ਸਦੀਵੀ ਪ੍ਰਗਟ ਤੌਰ 'ਤੇ ਰਹੇਗਾ ਅਤੇ ਤੁਹਾਡੀ ਸਾਰ ਸੰਭਾਲ ਕਰਦਾ ਰਹੇਗਾ, ਮੋਹ ਮਾਇਆ ਤੋਂ ਨਿਜਾਤ ਦਵਾ ਦੇਵੇਗਾ, ਕਦੇ ਵਿਕਾਰਾਂ ਦੀ ਤਿਲਕਣਬਾਜ਼ੀ 'ਚ ਡਿੱਗਣ ਨਹੀਂ ਦੇਵੇਗਾ। ਜਿਵੇਂ ਬਾਣੀ 'ਚ ਆਉਂਦਾ ਨਾ, ਭੈ ਭਰਮ ਨਾਠੇ ਛੁੱਟੀ ਗਾਠੇ, ਜਮ ਪੰਥ ਮੂਲ ਨਾ ਆਈ ਐ, ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਈਐ। ਮੋਹ ਦੀ ਗੰਢ ਵੀ ਖੋਲ੍ਹਦਾ ਹੈ ਜੇ ਉਹਦੇ ਗੀਤ ਗਾਈਏ, ਤੇ ਜਮਾਂ ਦੀ ਗੰਢ ਤੋਂ ਵੀ ਰੱਖ ਲੈਂਦਾ ਹੈ, ਨਰਕਾਂ ਤੋਂ ਵੀ ਰੱਖ ਲੈਂਦਾ ਹੈ, ਵਿਕਾਰਾਂ ਤੋਂ ਵੀ ਰੱਖ ਲੈਂਦਾ ਹੈ। They never have to walk on death's path, ਮੌਤ ਦੇ ਰਸਤੇ 'ਤੇ ਚੱਲਣ ਤੋਂ ਬਚਾ ਲੈਂਦਾ ਹੈ। ਸੋ ਉਹਦੇ ਗੀਤ ਗਾਓ, ਉਹਨੂੰ ਆਵਾਜ਼ ਦਿਓ, ਉਹ ਮੋਹ ਮਾਇਆ ਤੋਂ ਨਿਜਾਤ ਦਿਵਾਵੇ। ਅਤੇ ਫਿਕਰ ਨਾ ਕਰਿਓ ਵੀ ਬੜੇ ਕਰਮ ਮਾੜੇ ਕੀਤੇ ਨੇ, ਹੁਣ ਕੀ ਹੋਵੇਗਾ। ਜਿੰਨਾ ਪਛਾਤਾਪ ਕਰਨ 'ਤੇ ਸਮਾਂ ਵਿਅਰਥ ਗਵਾ ਰਹੇ ਹੋ, ਅਕਾਲ ਪੁਰਖ ਦੇ ਗੁਰੂ ਨਾਨਕ ਦੇ ਗੀਤ ਗਾਓ, ਉਹ ਬਖਸ਼ਿੰਦ ਹੈ, ਬਖਸ਼ ਦਿੰਦਾ ਹੈ। ਯਾਗਾਨਾ ਚੰਗੇਜ਼ੀ ਨੇ ਇੱਕ ਸ਼ੇਰ ਲਿਖਿਆ, ਕਹਿੰਦਾ ਗੁਨਾਹ ਗਿਣ ਕੇ ਮੈਂ ਕਿਉਂ ਆਪਣੇ ਦਿਲ ਕੋ ਛੋਟਾ ਕਰੂੰ, ਸੁਨਾ ਹੈ ਤੇਰੇ ਕਰਮ ਕਾ ਕੋਈ ਹਿਸਾਬ ਨਹੀਂ। ਕਿਉਂ ਗੁਨਾਹ ਗਿਣਾ ਮੈਂ, ਇੰਨੇ ਪਾਪ ਕੀਤੇ, ਕਿਉਂ ਲੇਖੇ ਜੋਖੇ ਵਿੱਚ ਪਵਾਂ ਮੈਂ। ਉਹ ਕਰੀਮ, ਉਹ ਖੁਦਾ, ਉਹ ਅਕਾਲ ਪੁਰਖ, ਉਹ ਬਖਸ਼ਿੰਦ ਬੜਾ ਮਿਹਰਬਾਨ ਹੈ। ਸੱਚੇ ਦਿਲੋਂ ਤਰਲਾ ਲਈਏ, ਨਿਜਾਤ ਦਵਾ ਦਿੰਦਾ ਹੈ ਮੋਹ ਮਾਇਆ ਤੋਂ। ਜਿਵੇਂ ਬਾਣੀ 'ਚ ਆਉਂਦਾ ਨਾ, ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰੋ। ਪਾਰ ਉਤਾਰਾ ਕਰ ਦਿੰਦਾ ਹੈ, ਵਿਕਾਰਾਂ ਤੋਂ ਬਚਾ ਲੈਂਦਾ ਹੈ, ਮੋਹ ਮਾਇਆ ਦੀ ਗੰਢ ਖੋਲ੍ਹ ਦਿੰਦਾ ਹੈ, ਆਪਣੇ ਨਾਲ ਤੁਹਾਨੂੰ ਗੰਢ ਦੇਵੇਗਾ, ਮੁਕਤੀ ਮਿਲ ਜਾਵੇਗੀ। ਸੋ ਅੱਗੇ ਪਾਤਸ਼ਾਹ ਫੁਰਮਾਨ ਕਰਦੇ ਨੇ, ਜੋ ਉਹਨਾਂ ਦਾ ਅਗਲਾ ਛੰਦ ਹੈ, ਧਾਵੋ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਣੇ। ਹੁਣ ਅਕਾਲ ਪੁਰਖ ਗੰਢਾਂ ਖੋਲ੍ਹਣ ਵਾਲਾ ਹੈ ਮੋਹ ਮਾਇਆ ਦੀਆਂ, ਬਚਾਉਣ ਵਾਲਾ ਹੈ ਵਿਕਾਰਾਂ ਤੋਂ। ਉਹਦੀ ਪ੍ਰਾਪਤੀ ਕਿਵੇਂ ਹੋਵੇ, ਉਹਦੇ ਨਾਲ ਗੰਢ ਧੁੱਪ ਕਿਵੇਂ ਹੋਵੇ। ਜਦੋਂ ਇਹ ਇੱਕ ਜਗਿਆਸੂ ਨੂੰ ਮਹਾਂਪੁਰਸ਼ਾਂ ਦੱਸਿਆ ਵੀ ਉਹੀ ਗੰਢਾਂ ਖੋਲ੍ਹੇਗਾ, ਮੁਕਤੀ ਦਿਵਾਵੇਗਾ, ਉਹ ਫਿਰ ਅੱਗੇ ਸਵਾਲ ਕਰਦਾ ਹੈ ਵੀ ਮੈਂ ਤੁਹਾਡੇ ਇਸ ਬਚਨ ਨੂੰ ਹਿਰਦੇ 'ਚ ਟਿਕਾ ਕੇ ਪਰਮਾਤਮਾ ਦੇ ਪ੍ਰੇਮ ਦੇ ਕਾਰਨ, ਪ੍ਰਭੂ ਨੂੰ ਹਾਸਲ ਕਰਨ ਦੇ ਕਾਰਨ ਦਸਾਂ ਦਿਸ਼ਾਵਾਂ ਵਿੱਚ ਦੌੜਿਆ ਹਾਂ। ਉਹ ਕਿੱਦਾਂ ਮਿਲਦਾ ਹੈ? ਇੱਥੇ ਲਫ਼ਜ਼ ਹੈ ਦਸ਼ਾ, ਦਿਸ਼ਾ ਲਈ ਆਇਆ ਹੈ। ਇਹ ਪੂਰਬ, ਪੱਛਮ, ਉੱਤਰ, ਦੱਖਣ, ਚਾਰ ਦਿਸ਼ਾ ਹੋ ਗਈਆਂ। ਅਗਨ, ਨੈਰਿਤ, ਵਾਇਵ ਤੇ ਈਸ਼ਾਨ, ਚਾਰ ਇਹ ਕੋਣ ਹੋ ਗਏ, ਚਾਰ ਕੋਨੇ ਹੋ ਗਏ ਚੌਹਾਂ ਦਿਸ਼ਾਵਾਂ ਦੇ, ਇੱਕ ਉੱਪਰ ਇੱਕ ਹੇਠਾਂ, ਜ਼ਮੀਨ ਤੇ ਅਸਮਾਨ। ਇਹ 10 ਦਿਸ਼ਾ ਹੋ ਗਈਆਂ। ਕਹਿੰਦੇ ਮੈਂ ਖੋਜੀ ਬਣ ਕੇ ਹਰ ਦਿਸ਼ਾ ਦੇ ਵਿੱਚ, ਹਰ ਤਰਫ ਉਸ ਖੁਦਾ ਨੂੰ ਢੂੰਡਿਆ ਹੈ। ਮਸ਼ਰਿਕ, ਮਗਰਿਬ, ਸ਼ੁਮਾਲ, ਜਨੂਬ, ਕੋਈ ਦਿਸ਼ਾ ਨਹੀਂ ਛੱਡੀ ਮੈਂ। ਈਸਟ, ਵੈਸਟ, ਨਾਰਥ, ਸਾਊਥ, ਹਰ ਜ਼ਰੇ ਵੱਲ ਮੈਂ ਉਸ ਨੂੰ ਖੋਜਿਆ ਹੈ, ਲੱਭਿਆ ਹੈ। ਕਾਹਦੇ ਲਈ? ਉਹਦਾ ਪ੍ਰੇਮ ਹਾਸਲ ਕਰਨ ਦੇ ਲਈ, ਉਹਦੇ ਨਾਲ ਪ੍ਰੀਤੀ ਪੈ ਜਾਵੇ, ਇਸ ਕਾਰਨ, ਇਸ ਵਾਸਤੇ ਮੈਂ ਦੌੜਿਆ ਹਾਂ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਨਾ, ਦਹਿ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਓ, ਹਰ ਪਾਇੜਾ ਕਰ ਆਏ ਰਾਮ। ਵੈਸੇ ਕਹਿੰਦੇ ਅਸੀਂ ਲੱਭਦੇ ਤੇ ਰਹੇ ਹਾਂ ਦਸਾਂ ਦਿਸ਼ਾਵਾਂ ਵਿੱਚ, ਉਹ ਇੱਦਾਂ ਲੱਭਦਾ ਕਿਤੇ ਨਹੀਂ ਹੈ। ਜਦੋਂ ਲੱਭਦਾ ਹੈ ਤੇ ਉਹ ਅੰਦਰੋਂ ਹੀ ਲੱਭਦਾ ਹੈ। ਉਹ ਅੰਦਰ ਸੁਭਾਏਮਾਨ ਹੈ, ਜੀਵ ਆਤਮਾ ਬਣ ਕੇ। ਕੀਏ ਉਪਾਵ
ਮੁਕਤ ਕੇ ਕਾਰਨ ਦਹ ਦਿਸ ਕਉ ਉਠ ਧਾਇਆ। ਕਿਉਂ ਦੌੜਦੇ ਹਾਂ ਅਸੀਂ? ਮੁਕਤੀ ਦੇ ਲਈ, ਰੋਗਾਂ ਤੋਂ, ਸੋਗਾਂ ਤੋਂ, 84 ਲੱਖ ਦੇ ਬੰਧਨਾਂ ਤੋਂ ਮੁਕਤ ਹੋ ਜਾਈਏ। ਸੋ ਦੌੜਦੇ ਹਾਂ ਅਸੀਂ, ਭੱਜਦੇ ਹਾਂ ਅਸੀਂ। ਮਹਾਰਾਜ ਕਹਿੰਦੇ ਨੇ ਘਟ ਹੀ ਭੀਤਰ ਬਸੈ ਨਿਰੰਜਨ, ਤਾਂ ਕੋ ਮਰਮ ਨਾ ਪਾਇਆ ਪਰ ਉਹ ਅੰਦਰ ਹੈ ਪਰਮੇਸ਼ਵਰ। ਉਹਦੇ ਸਰੂਪ ਦਾ ਗਿਆਨ ਹਾਸਲ ਨਹੀਂ ਕਰ ਪਾਉਂਦੇ, ਬਾਹਰੋਂ ਲੱਭਦੇ ਰਹੇ ਉਸ ਨੂੰ। ਜਿਹੜੇ ਵੈਰਾਗੀ ਨੇ ਨਾ ਪਰਮਾਤਮਾ ਦੀ ਪ੍ਰਾਪਤੀ ਵਾਲੇ, ਉਹ ਬਿਰਹੋਂ ਵਿੱਚ ਇੱਧਰ ਉੱਧਰ ਦੌੜਦੇ ਨੇ। ਕੋਈ ਜੰਗਲੀ ਜਾਂਦਾ, ਕੋਈ ਪਹਾੜਾਂ 'ਤੇ ਜਾਂਦਾ, ਮੁਰਸ਼ਦ ਲੱਭਦੇ ਫਿਰਦੇ ਨੇ, ਰੱਬ ਨੂੰ ਲੱਭਦੇ ਫਿਰਦੇ ਨੇ। ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸੈ। ਵੈਰਾਗੀ ਲੋਕ ਬਿਰਹਾ ਦੇ ਵਿੱਚ ਉਹਨੂੰ ਲੱਭਦੇ ਫਿਰਦੇ ਨੇ, ਜਿਵੇਂ ਲੋਭੀ ਬੰਦਾ ਪੈਸੇ ਨੂੰ ਲੱਭਦਾ ਫਿਰਦਾ ਹੈ। ਯਤਨਸ਼ੀਲ ਰਹਿੰਦੇ ਨੇ ਉਹ। ਸੋ ਅਸੀਂ ਹਰ ਦਿਸ਼ਾ ਵੱਲ ਉਸ ਨੂੰ ਲੱਭਿਆ ਹੈ। ਉਹਦਾ ਪ੍ਰੇਮ ਹਾਸਲ ਹੋਵੇ ਤੇ ਵਿਕਾਰਾਂ ਵੱਲੋਂ ਪ੍ਰੇਮ ਦੀ ਤੰਦ ਸਾਡੀ ਟੁੱਟ ਜਾਵੇ। ਸਾਨੂੰ ਵਿਕਾਰ ਬੜਾ ਸਤਾਉਂਦੇ ਨੇ। ਉਹਨਾਂ ਬਾਰੇ ਅੱਗੇ ਲਿਖਦੇ ਨੇ, ਪੰਚ ਸਤਾਵਹਿ ਦੂਤ ਕਮਨ ਬਿਦ ਮਾਰਣੇ। ਅਕਾਲ ਪੁਰਖ ਦੀ ਖੋਜ ਵਿੱਚ ਇਸ ਲਈ ਦੌੜਦੇ ਹਾਂ, ਉਹ ਮਿਲ ਪਵੇ ਤੇ ਉਹਨੂੰ ਬੇਨਤੀ ਕਰੀਏ, ਮਹਾਰਾਜ ਇਹ ਜਿਹੜੇ 5 ਦੂਤ ਨੇ ਨਾ, ਦੁਸ਼ਮਣ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਬੜਾ ਦੁੱਖ ਦਿੰਦੇ ਨੇ। ਵੇਖੋ ਜੇ ਕ੍ਰੋਧ ਆਉਂਦਾ ਹੈ ਤੇ ਸਾਰੀ ਦੁਨੀਆ ਨਾਲ ਹੀ ਲੜੀ ਜਾਂਦੇ ਆਪਾਂ। ਦੁੱਖ ਦਾ ਕਾਰਨ ਹੈ ਕ੍ਰੋਧ। ਕਾਮਨਾ, ਇਹ ਵਾਸ਼ਨਾ ਵੀ ਝਗੜੇ ਦਾ ਕਾਰਨ ਬਣਦੀ ਹੈ। ਕਾਮਨਾ ਹੁੰਦੀ ਹੈ ਸਭ ਕੁਝ ਮੇਰੇ ਕੋਲ ਹੀ ਹੋਵੇ, ਹਰ ਇੱਕ ਦਾ ਹੱਕ ਮਾਰਨ ਪੈਂਦੇ ਆ, ਮੁਰਦਾਰ ਖਾਨੇ ਆ, ਲੜਾਈ ਝਗੜੇ ਮੁੱਲ ਲੈਂਦੇ ਆ ਜ਼ਮੀਨਾਂ ਜਾਇਦਾਦਾਂ ਦੇ ਲਈ। ਸੋ ਮਹਾਰਾਜ ਕਹਿੰਦੇ ਨੇ ਇਹ ਵਿਕਾਰ, ਇਹ ਦੂਤ ਦੁੱਖਾਂ ਦਾ ਕਾਰਨ ਬਣਦੇ ਨੇ। ਇਹਨਾਂ ਨੂੰ ਕਿੱਦਾਂ ਮਾਰਿਆ ਜਾ ਸਕਦਾ ਹੈ? ਇਹ ਅਕਾਲ ਪੁਰਖ ਤੋਂ ਅਸੀਂ ਪੁੱਛਣਾ ਚਾਹੁੰਦੇ ਹਾਂ, ਉਹਨੂੰ ਮਿਲ ਕੇ ਉਹਦਾ ਤਰਲਾ ਲੈਣਾ ਹੈ। ਮਹਾਂਪੁਰਸ਼ਾਂ ਸਤਿਪੁਰਸ਼ਾਂ ਨੂੰ ਵੀ ਇਹੀ ਪੁੱਛਦੇ ਹਾਂ ਵੀ ਇਹ ਵਿਕਾਰ ਕਿਵੇਂ ਮਾਰੇ ਜਾਣ। ਹੁਣ ਵਿਕਾਰ ਤੇ ਸਾਡੇ ਵਿੱਚ ਬੜੇ ਹੁੰਦੇ ਨੇ, ਪਰ ਜਿਹੜੇ ਪ੍ਰਮੁੱਖ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਪੰਚ ਕਹਿ ਦਿੰਦੇ ਆ, ਪ੍ਰਸਿੱਧ ਕਹਿ ਦਿੰਦੇ ਆ, ਪ੍ਰਮੁੱਖ ਕਹਿ ਦਿੰਦੇ। ਜਿਵੇਂ ਪਿੰਡ ਦੀ ਪੰਚਾਇਤ 'ਚ ਮੈਂਬਰਾਂ 'ਚ ਪੰਚ ਹੁੰਦਾ ਹੈ ਨਾ, ਆਗੂ ਹੁੰਦਾ ਹੈ, ਇੱਦਾਂ ਇਹ ਆਗੂ ਨੇ, ਵੱਡੇ ਵਿਕਾਰ ਨੇ। ਮਹਾਰਾਜ ਇਹ ਸਾਡੇ ਜੀਵਨ ਨੂੰ ਦੁਖਦਾਇਕ ਕਰ ਰਹੇ ਨੇ, ਇਹ ਸਾਨੂੰ ਬੜਾ ਸਤਾਉਂਦੇ ਨੇ। ਇਹਨਾਂ ਨੂੰ ਕਿੱਦਾਂ ਮਾਰਨਾ ਕਰੀਏ? ਇਹ ਖਿਜਾਉਂਦੇ ਨੇ, ਇਹ ਦੁਖਾਉਂਦੇ ਨੇ, ਇਹ ਜੀਵਨ ਦੇ ਵਿੱਚ ਸੰਤਾਪਨ ਪੈਦਾ ਕਰਦੇ ਨੇ, ਸੰਤਾਪ ਪੈਦਾ ਕਰਦੇ ਨੇ। ਦੂਤ ਲਫ਼ਜ਼ ਵਰਤਿਆ ਹੈ 5 ਵਿਕਾਰਾਂ ਦੇ ਲਈ। ਵੈਸੇ ਦੂਤ ਦੇ ਕਈ ਅਰਥ ਹੁੰਦੇ ਨੇ। ਕਾਸਿਦ ਨੂੰ ਵੀ ਦੂਤ ਕਹਿ ਦਿੰਦੇ, ਜਿਹੜਾ ਹਲਕਾਰਾ ਚਿੱਠੀ ਲੈ ਕੇ ਜਾਂਦਾ ਹੈ। ਵਕੀਲ ਨੂੰ ਵੀ ਦੂਤ ਕਹਿ ਦਿੰਦੇ ਨੇ। ਧਰਮ ਰਾਜੇ ਦੇ ਭੇਜੇ ਜਮਾ ਨੂੰ ਵੀ ਦੂਤ ਕਹਿ ਦਿੰਦੇ ਨੇ। ਅੱਛਾ, ਰਾਜੇ ਦੇ ਸਿਪਾਹੀਆਂ ਨੂੰ ਵੀ ਦੂਤ ਕਹਿ ਦਿੰਦੇ ਨੇ। ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ। ਜਦੋਂ ਬਾਬਰ ਬਾਣੀ ਪੜ੍ਹਦੇ ਹੋ ਨਾ, ਉੱਥੇ ਵੀ ਇਹ ਲਫ਼ਜ਼ ਆਉਂਦਾ ਹੈ। ਦੁਸ਼ਟ ਦੂਤ ਕੀ ਚੂਕੀ ਕਾਨ, ਇੱਥੇ ਜਮਾਂ ਲਈ ਆਇਆ ਹੈ। ਸਾਨੂੰ ਨਹੀਂ ਡਰ ਰਿਹਾ ਮੌਤ ਦੇ ਜਮਾਂ ਦਾ, ਜਿਹੜੇ ਅਕਾਲ ਪੁਰਖ ਦੇ ਗੀਤ ਗਾਉਂਦੇ ਨੇ। ਅੱਛਾ, ਕਈਆਂ ਨੂੰ ਚੁਗਲੀ ਕਰਨ ਦੀ ਬੜੀ ਵਾਦੀ ਹੁੰਦੀ ਹੈ ਵੀ ਨਾ ਆਪ ਖੁਸ਼ ਰਹਿਣਾ ਤੇ ਨਾ ਪਿੰਡ ਨੂੰ ਹੀ ਵਸਣ ਦੇਣਾ। ਇਹਦੀ ਗੱਲ ਸੁਣੀ ਤੇ ਇਹਦੇ ਕੰਨਾਂ 'ਚ, ਇਹਦੀ ਸੁਣੀ ਤੇ ਇਹਦੇ ਕਹਵੇ ਅੱਗ ਲਾਊ ਜੰਤਰ ਹੁੰਦੇ ਨਾ ਕਈ, ਵੀ ਅੱਗ ਹੀ ਬਾਲਣੀ ਹੈ। ਉਹਨਾਂ ਨੂੰ ਵੀ ਦੂਤ ਕਹਿੰਦੇ ਨੇ। ਦੂਤ ਲੱਗੇ ਫਿਰ ਚਾਕਰੀ। ਮਹਾਰਾਜ ਪਾਤਸ਼ਾਹ ਵਿਕਾਰਾਂ ਨੂੰ ਵੀ ਦੂਤ ਕਹਿੰਦੇ ਨੇ। ਜਿਵੇਂ ਚੁਗਲ ਬੰਦਾ ਚਾਕਰੀ 'ਚ ਹੀ ਰਹਿੰਦਾ ਨਾ, ਗੱਲਾਂ ਸੁਣ ਕੇ ਹੋਰ ਕੋਲ ਕਰੇਗਾ, ਇੱਦਾਂ ਸਾਧੂ ਜਿਹੜੇ ਨੇ ਨਾ, ਇਬਾਦਤ ਬੰਦਗੀ ਕਰਕੇ ਵਿਕਾਰਾਂ ਨੂੰ ਆਪਣੇ ਚਾਕਰ ਬਣਾ ਲੈਂਦੇ ਨੇ, ਕਾਮ ਕ੍ਰੋਧ ਨੂੰ ਗੁਲਾਮ ਵੀ ਬਣਾ ਲੈਂਦੇ ਨੇ, ਦੂਤ ਬਣਾ ਲੈਂਦੇ ਨੇ। ਖੈਰ ਮਹਾਰਾਜ ਬਿਧ ਦੱਸੋ, ਤਰੀਕਾ ਦੱਸੋ, ਕਿਸ ਪ੍ਰਕਾਰ ਇਹਨਾਂ ਦੂਤਾਂ ਨੂੰ ਮਾਰਨਾ ਕਰਾਂ। ਬਾਣੀ 'ਚ ਇੱਕ ਬੜਾ ਸੁੰਦਰ ਫਰਮਾਨ ਆਉਂਦਾ ਹੈ, ਅਵਰ ਪੰਚ ਹਮ ਏਕ ਜਨਾ
क्यों राखो कर बार मना, मारह लूटह नीत नीत, किस आगे करी पुकार जना। कहते मैं कला, मेरा मन कला, ते दुश्मन पंज ने काम क्रोध लोभ मोह हंकार। मेरा घर लुट रहे ने। ते जे कोई पुछे भी तेरे मन रूपी घर विच की है जिहड़ा लुटिया गया, कहते सत संतोख दया धर्म खिमा। ये शुभ गुण जिहड़े सी ना, ये विकारां दी फौज हथों हार खा रहे ने। इन्हां विकारां नूं मारन दा महाराज तरीका दसो, मेरे शुभ गुणां दा इन्हां खुरा खोज मिटा दिता है। मैनू लुट रहे ने, मारह लूटै नीत नीत, और रोज़ दी रोज़ ये लुट खसुट कर रहे ने। हे संत जनों, मैं किस अगे पुकार करा, मेरी रखिया होवे। वो महापुरुष फिर समझाउंदे ने, ਜਿਹੜੇ परमात्मा ਨੂੰ ਕਹਿੰਦੇ ਲੱਭਦਾ ਫਿਰਦਾ ਹੈ ਨਾ, ਉਹਦੀ ਵਡਿਆਈ ਰੂਪੀ ਤੀਰ ਦੇ ਨਾਲ ਹੀ ਇਹਨਾਂ ਕਾਮ ਕ੍ਰੋਧ ਰੂਪੀ ਦੁਸ਼ਮਣਾਂ ਨੂੰ ਮਾਰਿਆ ਜਾ ਸਕਦਾ ਹੈ। ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ, ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈ ਹੈ। ਇਹਨਾਂ ਵਿਕਾਰਾਂ ਨੂੰ ਮਾਰਨ ਦਾ ਤਰੀਕਾ ਹੈ, ਪਰਮਾਤਮਾ ਦਾ ਨਾਮ ਸਿਮਰਦੇ ਰਹੋ, ਉਹਦੇ ਨਾਮ ਰੂਪੀ ਤਿੱਖੇ ਤੀਰ ਚਲਾਉਂਦੇ ਰਹੋ। ਨਾਮ ਦੇ ਤੀਰਾਂ ਨਾਲ ਹੀ ਇਹਨਾਂ ਦਾ ਖਾਤਮਾ ਹੋ ਸਕਦਾ ਹੈ। ਸ਼ੂਟ ਦੈਮ ਵਿਦ ਅ ਸ਼ਾਰਪ ਐਰੋਜ਼ ਆਫ ਦਾ ਨੇਮ ਆਫ ਦਾ ਲਾਰਡ। ਖੁਦਾਇਆ ਦੇ ਨਾਮ ਦੇ ਤੀਰ ਮਾਰੋ। ਨਾਮ ਦੇ ਤੀਰਾਂ ਨਾਲ ਹੀ ਵਿਕਾਰ ਰੂਪੀ ਦੁਸ਼ਮਣ ਮਿਟਦੇ ਨੇ। ਇੱਥੇ ਲਫ਼ਜ਼ ਵਰਤਿਆ ਹੈ ਤੀਖਣ। ਤਿਖਸ਼ਣ ਨੂੰ ਕਹਿੰਦੇ ਨੇ, ਜਿਹੜਾ ਬੜਾ ਤਿੱਖਾ ਹੈ, ਬੜਾ ਨੁਕੀਲਾ ਹੈ। ਸੋ ਤਿੱਖਾ ਤੀਰ ਜਿਵੇਂ ਦੁਸ਼ਮਣ ਨੂੰ ਵਿੰਨ੍ਹਦਾ ਹੈ, ਉਹ ਸ਼ਬਦ ਦਾ ਤੀਰ ਵਿਕਾਰਾਂ ਨੂੰ ਵਿੰਨ੍ਹਦਾ ਹੈ। ਮਹਾਰਾਜ ਕਹਿੰਦੇ ਸ਼ਬਦਾਂ ਦੇ ਤੀਰ ਚਲਾਓ, ਨਾਮ ਦੇ ਤੀਰ ਚਲਾਓ। ਤੁਸੀਂ ਆਖੋਗੇ ਨਾਮ ਕੀ ਹੈ? ਅਕਾਲ ਪੁਰਖ ਦੀ ਵਡਿਆਈ, ਅਕਾਲ ਪੁਰਖ ਦੇ ਗੁਣਾਂ ਦੇ ਗੀਤ, ਅਕਾਲ ਪੁਰਖ ਦਾ ਕੀਤਾ ਹੋਇਆ ਸਾਡੇ 'ਤੇ ਕਰਮ, ਉਹਦਾ ਕਰਮ ਨਾਮ ਬਣ ਜਾਂਦਾ ਹੈ। ਸੋ ਉਹਦੇ ਗੁਣਾਂ ਨੂੰ ਗਾਓ, ਉਹਦੇ ਗੀਤ ਗਾਓ, ਕੀਰਤੀ ਗਾਓ। ਇਹੀ ਸ਼ਬਦ ਹੈ, ਇਹੀ ਬਾਣੀ ਹੈ, ਇਹੀ ਉਹਦੀ ਵਡਿਆਈ ਹੈ। ਪ੍ਰਭ ਲਫ਼ਜ਼ ਵਰਤਿਆ ਇੱਥੇ ਅਕਾਲ ਪੁਰਖ ਲਈ। ਵੱਖ ਵੱਖ ਨਾਮ ਉਹਦੇ ਵਰਤੇ ਨੇ ਗੁਰੂ ਗ੍ਰੰਥ ਸਾਹਿਬ ਅੰਦਰ। ਪ੍ਰਭ ਦਾ ਮਤਲਬ ਹੈ ਜੋ ਪ੍ਰਭਾ ਵਾਲਾ ਹੈ, ਜਿਹਦੀ ਬਹੁਤੀ ਵਡਿਆਈ ਹੈ, ਜੋ ਸੁਆਮੀ ਹੈ, ਮਾਲਕ ਹੈ, ਪਤ ਹੈ, ਭਰਤਾ ਹੈ, ਕਰਤਾਰ ਹੈ, ਕਰਤਾ ਹੈ ਦੁਨੀਆ ਦਾ। ਕਹਿੰਦੇ ਉਹਨੂੰ ਧਿਆਉਣਾ ਕਰੋ। ਹੁਣ ਜਿਹੜਾ ਧਿਆਉਣ ਦਾ ਪੱਖ ਹੈ, ਇਹਦੇ ਕਈ ਅਰਥ ਨਿਕਲਦੇ ਨੇ। ਧਿਆਉਣ ਦਾ ਮਤਲਬ ਹੈ ਸਾਈਂ ਦੀ ਯਾਦ ਵਿੱਚ ਮਨ ਦੀ ਬਿਰਤੀ ਨੂੰ ਟਿਕਾ ਲੈਣਾ, ਦੁਨੀਆ ਵੱਲੋਂ ਬਿਰਤੀ ਤੋੜ ਕੇ। ਧਿਆਉਣ ਦਾ ਮਤਲਬ ਹੈ ਜ਼ੁਬਾਨ ਨਾਲ ਉਹਦੇ ਗੀਤ ਗਾਉਣੇ, ਹਿਰਦੇ 'ਚ ਉਸ ਨੂੰ ਟਿਕਾ ਕੇ ਰੱਖਣਾ। ਸੋ ਬਾਣੀ ਨੂੰ ਗਾਓ, ਬਾਣੀ ਨੂੰ ਧਿਆਓ, ਹਿਰਦੇ ਅੰਦਰ ਟਿਕਾਓ। ਇਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਪੰਜਾਂ ਵੈਰੀਆਂ ਤੋਂ ਤੁਹਾਨੂੰ ਬਚਾ ਸਕਦੀ ਹੈ। ਇਹ ਬਾਣੀ ਦੇ ਤੀਰ ਹੀ ਉਹਨਾਂ ਦਾ ਖਾਤਮਾ ਕਰ ਸਕਦੇ ਨੇ। ਔਰ ਬਾਣੀ ਦੇ ਤੀਰ ਮਿਲਦੇ ਕਿੱਥੋਂ ਨੇ, ਹਾਸਲ ਕਿੱਥੋਂ ਹੁੰਦੇ ਨੇ? ਅਖੀਰਲੀ ਪੰਕਤੀ ਵਿੱਚ ਪਾਤਸ਼ਾਹ ਫਿਰ ਸਾਨੂੰ ਸਮਝਾਉਂਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਆਖਣ ਲੱਗੇ, ਹਰ ਹਾਂ ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈਐ। ਮਹਾਰਾਜ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਆਖਣ ਲੱਗੇ, ਜਿਹੜਾ ਗੁਰੂ ਹੈ ਨਾ ਪੂਰਾ, ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਦੋਂ ਉਹ ਮਿਲ ਪੈਂਦੇ ਨੇ ਨਾ, ਗੁਰ ਪਾਈਐ, ਜਦੋਂ ਅਸੀਂ ਗੁਰੂ ਨੂੰ ਪਾ ਲਿਆ, ਗੁਰੂ ਦੇ ਦਰ 'ਤੇ ਆ ਗਏ, ਹਰਿਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰ ਪਾਈਐ। ਇਹ ਜਿਹੜੇ ਮਹਾਂ ਬਿਖਾਦੀ ਨੇ, ਜੋ ਬੜੇ ਝਗੜਾਲੂ ਨੇ ਸਾਡੇ ਜੀਵਨ ਵਿੱਚ, ਜਿਨ੍ਹਾਂ ਨੇ ਬੜਾ ਦੁੱਖ ਪ੍ਰਗਟ ਕੀਤਾ ਹੋਇਆ ਹੈ, ਇਹ ਭਾਈ ਜਦੋਂ ਗੁਰੂ ਮਿਲਦਾ ਹੈ, ਇਹ ਬਿਖਾਦੀ, ਇਹ ਵਿਸ਼ਾਦੀ, ਇਹ ਵਿਕਾਰ ਜੋ ਵਿਸ਼ ਵਰਗੇ ਨੇ, ਜ਼ਹਿਰ ਵਰਗੇ ਨੇ, ਉਪਦਰਵੀ ਨੇ, ਉਪਦਰ ਪੈਦਾ ਕਰਦੇ ਨੇ ਜੀਵਨ ਵਿੱਚ, ਝਗੜੇ ਪੈਦਾ ਕਰਦੇ ਨੇ।
ਗੁਰੂ ਪਾਸੋਂ ਸ਼ਬਦ ਦਾ ਤੀਰ ਲੈ ਕੇ ਹੀ ਇਹਨਾਂ ਨੂੰ ਘਾਤ ਕੀਤਾ ਜਾ ਸਕਦਾ ਹੈ, ਭਾਵ ਮਾਰਿਆ ਜਾ ਸਕਦਾ ਹੈ, ਇਹਨਾਂ ਤੇ ਚੋਟ ਕੀਤੀ ਜਾ ਸਕਦੀ ਹੈ, ਪ੍ਰਹਾਰ ਕੀਤਾ ਜਾ ਸਕਦਾ ਹੈ, ਇਹਨਾਂ ਦੀ ਹੱਤਿਆ ਕੀਤੀ ਜਾ ਸਕਦੀ ਹੈ ਜਦੋਂ ਪੂਰਨ ਗੁਰੂ ਮਿਲ ਪਵੇ। ਪੂਰਨ ਗੁਰੂ ਦੀ ਬਖਸ਼ੀ ਹੋਈ ਬਾਣੀ ਨੂੰ ਧਿਆ ਕੇ, ਬਾਣੀ ਨੂੰ ਗਾ ਕੇ, ਇਹਨਾਂ ਬਾਣੀ ਦੇ ਤੀਰਾਂ ਨਾਲ ਹੀ ਵਿਕਾਰਾਂ ਦਾ ਖਾਤਮਾ ਹੋ ਸਕਦਾ ਹੈ। ਅਕਾਲ ਪੁਰਖ ਪਰਿਪੂਰਨ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ, ਇਹ ਪੱਦਤ ਤੇ ਮਤ ਚੂਕਹ ਰੇ ਮਨ ਭੇਦ ਵਿਭੇਦ ਨਾ ਜਾਣ ਬੀਓ, ਪ੍ਰਤਸ਼ ਹਿਰਦੈ ਗੁਰ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ। ਪੂਰਨ ਪਰਮੇਸ਼ਵਰ ਦਾ ਪੂਰਾ ਅਜ਼ਮਤੀ ਸਰੂਪ ਜੋ ਗੁਰੂ ਹੈ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ। ਗੁਰੂ ਕੀ ਹੁੰਦਾ ਹੈ? ਜੋ ਗਿਆਨ ਬਖਸ਼ੇ, ਅਗਿਆਨ ਨੂੰ ਮਿਟਾ ਦਵੇ। ਗੁ ਅੰਧੇਰੇ ਨੂੰ ਕਹਿੰਦੇ ਨੇ, ਰੂਹ ਪ੍ਰਕਾਸ਼ ਨੂੰ ਕਹਿੰਦੇ ਨੇ, ਪ੍ਰਕਾਸ਼ ਦੇਣ ਵਾਲਾ। ਸੋ ਐਸਾ ਜਿਹੜਾ ਪੂਰਾ ਗੁਰੂ ਹੈ ਉਹ ਮਿਲ ਪਵੇ, ਉਹਦੇ ਬਖਸ਼ੇ ਸ਼ਬਦ ਦੇ ਨਾਲ ਹੀ ਵਿਕਾਰਾਂ ਰੂਪੀ ਦੁਸ਼ਮਣਾਂ ਦਾ ਘਾਣ ਹੋ ਸਕਦਾ ਹੈ। ਬੜਾ ਸੁੰਦਰ ਫਰਮਾਨ ਹੈ ਬਾਣੀ ਵਿੱਚ, ਮਾਰੇ ਪੰਚ ਵਿਖਾਦੀਆ ਗੁਰ ਕਿਰਪਾ ਤੇ ਦਲ ਸਾਧਿਆ। ਗੁਰੂ ਦੀ ਕਿਰਪਾ ਹੋਈ ਤੇ ਪੰਚ ਵਿਖਾਦੀ ਜਿਹੜੇ ਸਨ, ਕਾਮਾਦਿਕ ਝਗੜਾਲੂ ਜਿਹੜੇ ਸਨ, ਇਹਨਾਂ ਨੂੰ ਮਾਰ ਲਿਆ ਮੈਂ, ਇਹਨਾਂ ਨੂੰ ਮਿਟਾ ਲਿਆ ਮੈਂ। ਆਈ ਹੈਵ conquered the 5 tyrants, ਇਹਨਾਂ 5 ਦੁਸ਼ਮਣਾਂ ਨੂੰ ਮਿਟਾ ਦਿੱਤਾ ਮੈਂ। ਗੁਰੂ ਦੀ ਕਿਰਪਾ ਦੇ ਨਾਲ ਸਾਧ ਲਿਆ ਇਹਨਾਂ ਨੂੰ ਮੈਂ, ਕਾਬੂ ਕਰ ਲਿਆ ਹੈ, ਗੁਲਾਮ ਬਣਾ ਲਿਆ ਹੈ, ਮਿਟਾ ਲਿਆ ਹੈ। ਗੁਰੂ ਮਿਲ ਪਿਆ, ਉਹਦੀ ਬਖਸ਼ਿਸ਼ ਹੋਈ ਤੇ ਸ਼ਬਦ ਮਿਲਿਆ। ਸ਼ਬਦ ਦੇ ਅਭਿਆਸ ਨਾਲ ਇਹਨਾਂ ਨੂੰ ਮੈਂ ਸਾੜ ਦਿੱਤਾ। ਬਖਸ਼ੀਸ ਵਜੋ ਹੋ ਮਿਲ ਏਕ ਨਾਮ, ਸੂਖ ਸਹਿਜ ਆਨੰਦ ਬਿਸਰਾਮ। ਜਦੋਂ ਬਖਸ਼ਿਸ਼ ਦੇ ਤੌਰ 'ਤੇ ਨਾਮ ਦੇ ਤੀਰ ਮਿਲੇ, ਮੈਂ ਤੀਰਾਂ ਨਾਲ ਵਿੰਨਿਆ ਵਿਕਾਰਾਂ ਨੂੰ। ਮੇਰੇ ਜੀਵਨ ਅੰਦਰ, ਪਰਿਵਾਰ ਅੰਦਰ, ਹਿਰਦੇ ਅੰਦਰ ਸੂਖ ਸਹਿਜ, ਸੁਖ ਹੀ ਸੁਖ, ਸਹਿਜ ਸ਼ਾਂਤੀ ਹੀ ਸ਼ਾਂਤੀ, ਆਨੰਦ ਖੇੜਾ ਹੀ ਖੇੜਾ, ਵਿਸ਼ਰਾਮ ਭੱਜ ਦੌੜ ਮਿਟ ਗਈ ਮਨ ਦੀ। ਸੋ ਐਸੀ ਕਿਰਪਾ ਹੋ ਗਈ। ਇੱਕ ਗੱਲ ਕਹੀ ਹੈ ਭਾਈ ਨੰਦ ਲਾਲ ਨੇ ਰੁਬਾਈਆਂ ਦੇ ਵਿੱਚ, ਜਿਵੇਂ ਗਜ਼ਲਾਂ ਨੇ ਨਾ ਉਹਨਾਂ ਦੀਆਂ, ਸ਼ੇਰ ਨੇ ਉਹਨਾਂ ਦੇ, ਇੱਦਾਂ ਹੀ ਰੁਬਾਈਆਂ ਨੇ। ਈ ਉਮਰ ਗੀਰਾਂ ਮਾਇਆ ਕੇ ਬਰਬਾਦ ਸ਼ਬਦ, ਈ ਖਾਨਾ ਏ ਵੀਰਾਨ ਬਾਚੇ ਆਬਾਦ ਸ਼ਬਦ, ਤਾ ਮੁਰਸ਼ਦੇ ਕਾਮਲ ਨਾ ਦਿਹਦ ਦਸਤ ਬਾਹਮ, ਗੋਇਆ ਦਿਲੇ ਗਮਗੀਨ ਤਾਂ ਚੂ ਸ਼ਾਦ ਸ਼ਬਦ। ਫਾਰਸੀ ਦੀਆਂ ਰੁਬਾਈਆਂ ਵਿੱਚ ਉਹ ਮਹਾਂਪੁਰਸ਼ ਕਹਿੰਦਾ ਹੈ, ਇਹ ਅਮੋਲਕ ਉਮਰਾ ਜੀਵਨ ਅਸੀਂ ਵਿਕਾਰਾਂ ਵਿੱਚ ਬਰਬਾਦ ਕਰ ਲਈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਬਰਬਾਦ ਕਰ ਲਈ। ਹੁਣ ਇਸ ਉਜੜੇ ਜਿਹੇ ਅੰਤਸ਼ਕਰਨ ਨੂੰ, ਮਨ ਨੂੰ, ਜੀਵਨ ਨੂੰ ਆਬਾਦ ਕਿੱਦਾਂ ਕਰੀਏ? ਇਹ ਜੀਵਨ ਵਸੇ ਕਿਵੇਂ? ਇਹ ਘਰ ਵਿੱਚ ਖੁਸ਼ੀਆਂ ਕਿਵੇਂ ਆਉਣ? ਅੰਤਸ਼ਕਰਨ ਵਿੱਚ ਸਤ ਸੰਤੋਖ ਦਇਆ ਧਰਮ ਵਰਗੀ ਜਾਇਦਾਦ ਕਿੱਦਾਂ ਇਕੱਠੀ ਹੋਵੇ? ਕਹਿੰਦੇ ਤਾਂ ਮੁਰਸ਼ਦੇ ਕਾਮਿਲ ਨਾ ਦਿਹਦ ਦਸਤਬਾਹਮ। ਕਹਿੰਦੇ ਫਿਰ ਕਾਮਲ ਗੁਰੂ ਮਿਲ ਪਵੇ। ਕਹਿੰਦੇ ਮੈਨੂੰ ਮਿਲਿਆ ਹੈ ਗੁਰੂ ਗੋਬਿੰਦ ਸਿੰਘ, ਪੂਰਾ ਗੁਰੂ ਮਿਲ ਪਵੇ। ਨੰਦ ਲਾਲ, ਤੇਰਿਆਂ ਸਾਰਿਆਂ ਗਮਾਂ ਦਾ ਇਲਾਜ ਗੁਰੂ ਕਰੇਗਾ। ਤੇਰਾ ਦਿਲ ਜਿਹੜਾ ਗਮਾਂ ਵਿੱਚ ਦੁਖੀ ਹੈ ਨਾ, ਵਿਕਾਰਾਂ ਵਿੱਚ ਦੁਖੀ ਹੈ, ਇਹ ਖੁਸ਼ ਹੋ ਜਾਵੇਗਾ ਜਦੋਂ ਕਾਮਲ ਗੁਰੂ ਮਿਲੇਗਾ। ਆਨੰਦ ਵਿੱਚ ਆ ਜਾਵੇਗਾ, ਮੁੜ ਸ਼ੁਭ ਗੁਣਾਂ ਦਾ ਵਸੇਬਾ ਮਨ ਅੰਦਰ ਹੋ ਜਾਵੇਗਾ, ਵਿਕਾਰ ਮਿਟ ਜਾਣਗੇ। ਜਿਵੇਂ ਬਾਣੀ ਚਾਹੁੰਦਾ, ਗੁਰ ਕੈ ਸ਼ਬਦ ਪੰਚ ਸੰਘਾਰੈ, ਆਪ ਤਰੈ ਸਗਲੇ ਕੁਲ ਤਾਰੈ। ਇੱਥੇ ਹੀ ਬਸ ਨਹੀਂ, ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਬਖਸ਼ੇ ਨਾਮ ਦੇ ਨਾਲ ਪੰਜਾਂ ਦਾ ਸੰਘਾਰ ਕੀਤਾ ਜਾਂਦਾ ਹੈ। ਕਾਮ ਆਦਿਕ ਵੈਰੀ ਮਾਰੇ ਜਾਂਦੇ ਨੇ। ਸੋ ਮਹਾਰਾਜ ਕਹਿੰਦੇ ਨੇ, ਜਦੋਂ 5 ਵਿਕਾਰ ਮਰ ਗਏ, ਐ ਸਤਪੁਰਸ਼
ਜਦੋਂ ਵਿਕਾਰ ਤੂੰ ਮਿਟਾ ਦਵੇਂਗਾ, ਵਿਕਾਰ ਤੂੰ ਮਾਰ ਦਵੇਂਗਾ, ਵਿਕਾਰਾਂ ਦੇ ਜਿਹੜੇ ਤੇਰੇ ਅੰਦਰ ਲੱਗੇ ਹੋਏ ਡੇਰੇ ਨੇ, ਤੰਬੂ ਨੇ, ਕਤਾਤਾਂ ਨੇ, ਪੁੱਟ ਦਵੇਂਗਾ। ਨਾਮ ਦੇ ਤੀਰ ਨਾਲ ਉਹਨਾਂ ਨੂੰ ਵਿੰਨ ਦਵੇਂਗਾ। ਆਪ ਤੇ ਮੁਕਤ ਹੋਵੇਂਗਾ ਹੀ, ਤੇਰੀਆਂ ਕੁੱਲਾਂ ਵੀ ਮੁਕਤ ਹੋ ਜਾਣਗੀਆਂ। ਵਿਕਾਰਾਂ ਨੂੰ ਮਾਰਨ ਵਾਲਾ ਸਤਿਪੁਰਸ਼ ਡੁੱਬਦੀਆਂ ਹੋਈਆਂ ਕੁੱਲਾਂ ਨੂੰ ਵੀ ਨਰਕਾਂ ਚੋਂ ਕੱਢ ਲੈਂਦਾ ਹੈ ਤੇ ਅਗਲੀਆਂ ਵੀ ਤਾਰ ਲੈਂਦਾ ਹੈ। ਆਪ ਤਰੈ ਸਗਲੇ ਕੁੱਲ ਤਾਰੈ। ਆਪ ਮੁਕਤ ਹੋਵੇਗਾ, ਕੁੱਲਾਂ ਵੀ ਮੁਕਤ। ਸੋ ਵਿਕਾਰਾਂ ਤੋਂ ਨਿਜਾਤ ਹਾਸਲ ਕਰ ਚੁੱਕੇ ਜਿਹੜੇ ਮਹਾਂਪੁਰਸ਼ ਨੇ, they save themselves and save their all generations। ਕੁੱਲਾਂ ਦੀਆਂ ਕੁੱਲਾਂ ਨੂੰ ਮੁਕਤੀ ਦਿਵਾ ਸਕਦੇ ਨੇ ਜਿਹੜੇ ਆਪ ਵਿਕਾਰਾਂ ਤੋਂ ਮੁਕਤ ਨੇ। ਸੋ ਮਹਾਰਾਜ ਕਹਿੰਦੇ ਨੇ ਵਿਕਾਰਾਂ ਵਿੱਚ ਜੀਵਨ ਗਲਤਾਨ ਹੈ, ਵਿਕਾਰਾਂ ਦੇ ਚਿੱਕੜ ਵਿੱਚ ਜੀਵਨ ਗਲਤਾਨ ਹੈ, ਵਿਕਾਰਾਂ ਦੇ ਰਸ ਵਿੱਚ ਜੀਵਨ ਫਸਿਆ ਹੋਇਆ ਹੈ। ਅਕਾਲ ਪੁਰਖ ਦਾ ਪੱਲਾ ਫੜ ਲਵੋ, ਮੁਕਤੀ ਮਿਲੇਗੀ। ਵਿਕਾਰਾਂ ਨੂੰ ਮਾਰਨ ਲਈ ਨਾਮ ਦੇ ਤੀਰ ਛੱਡੋ, ਮੁਕਤੀ ਮਿਲੇਗੀ। ਫਿਰ ਘਰ ਵਿੱਚ ਆਨੰਦ, ਖੇੜਾ, ਖੁਸ਼ੀਆਂ ਹੀ ਰਹਿਣਗੇ। ਇਹ ਨਿਜਾਤ ਹਾਸਲ ਹੋ ਜਾਵੇਗੀ ਦੁੱਖਾਂ, ਰੋਗਾਂ, ਸੋਗਾਂ ਤੋਂ, ਜੰਮਣ ਤੇ ਮਰਨ ਤੋਂ। ਐਸਾ ਪਾਕ ਗੁਰਾਂ ਦਾ ਉਪਦੇਸ਼ ਹੈ। ਦਾਸ ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੈ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।